प्यारे विद्यार्थियों, सत श्री अकाल। मैं मनोज कुमार, मैथ मास्टर सरकारी हाई स्कूल कुआड़ा जिला जलंधर ਤੁਹਾਡੇ ਸਾਹਮਣੇ ਸਨਮੁਖ ਹਾਂ। ਅੱਜ ਅਸੀਂ ਜਮਾਤ 10ਵੀਂ ਦੇ ਅਭਿਆਸ 13.2 ਜਿਹੜੇ ਹੈਗੇ ਸਵਾਲ ਹੱਲ ਕਰਾਂਗੇ ਜੋ ਸਤ੍ਹਾ ਦਾ ਖੇਤਰਫਲ ਅਤੇ ਆਇਤਨ ਦੇ ਨਾਲ ਸੰਬੰਧਿਤ ਹਨ। ਉਹਨਾਂ ਦੀ ਦੁਹਰਾਈ ਕਰਾਂਗੇ। ਉਸ ਦੇ ਤਹਿਤ ਅਸੀਂ ਜਿਹੜਾ ਪਹਿਲਾ ਸਵਾਲ ਹੱਲ ਕਰਦੇ ਹਾਂ ਵੀ ਇੱਕ ਠੋਸ ਇੱਕ ਅਰਧ ਗੋਲੇ ਤੇ ਖੜੇ ਇੱਕ ਸ਼ੰਕੂ ਦੇ ਆਕਾਰ ਦਾ ਹੈ। ਦੋਹਾਂ ਦਾ ਅਰਧ ਵਿਆਸ 1 ਸੈਂਟੀਮੀਟਰ ਹੈ ਅਤੇ ਸ਼ੰਕੂ ਦੀ ਉਚਾਈ ਉਸਦੇ ਅਰਧ ਵਿਆਸ ਦੇ ਬਰਾਬਰ ਹੈ। ਇਸ ਠੋਸ ਦਾ ਆਇਤਨ ਪਾਈ ਦੇ ਪਦਾਂ ਦੇ ਵਿੱਚ ਪਤਾ ਕਰੋ। ਹੁਣ ਪਹਿਲਾਂ ਕੀ ਹੈ ਆਪਣੇ ਕੋਲ ਵੀ ਇੱਕ ਜਿਹੜਾ ਠੋਸ ਹੈ ਇੱਕ ਅਰਧ ਗੋਲੇ ਤੇ ਖੜੇ ਇੱਕ ਸ਼ੰਕੂ ਦੇ ਆਕਾਰ ਦਾ ਹੈ। ਆਪਣੇ ਕੋਲ ਇੱਕ ਅਰਧ ਗੋਲਾ ਹੈ ਇਸ ਢੰਗ ਦੇ ਨਾਲ ਤੇ ਇਹਦੇ ਉੱਪਰ ਆਪਣੇ ਕੋਲ ਇੱਕ ਸ਼ੰਕੂ ਬਣਿਆ ਹੋਇਆ ਹੈ। ਇਸ ਢੰਗ ਦੇ ਨਾਲ ਸ਼ੰਕੂ ਬਣਿਆ ਹੋਇਆ ਹੈ। ठीक है, शंकु करता है दोहां का अर्ध व्यास 1 सेंटीमीटर है। अर्ध व्यास दोहां का आएगा अपने को ये हैगा या 1 सेंटीमीटर 1 सेंटीमीटर आप लिख सकते हैं 1 सेंटीमीटर। उस तो बाद अते शंकु की ऊंचाई उसके अर्ध व्यास के बराबर है ते आ जी ऊंचाई जी h है ये भी इसके बराबर हैगी है ये भी अपने को 1 सेंटीमीटर। ठीक है, हुण फिर आप लिखने का काम करते हैं। हल एक ठोस एक अर्ध गोले गोले ते खड़े एक शंकु दे आकार दा है। ठीक है, इसलिए शंकु दे आधार का अर्ध व्यास बराबर अर्ध चक्कर का अर्ध व्यास जो सानू दिता है 1 सेंटीमीटर बराबर 1 सेंटीमीटर। ठीक है, उस तो बाद दूसरा है अते शंकु की ऊंचाई उसके अर्ध व्यास के बराबर है अते शंकु की ऊंचाई इसके बराबर है उसके अर्ध व्यास के बराबर है। शंकु का अर्ध व्यास शंकु के आधार का अर्ध व्यास वो भी कितना है 1 सेंटीमीटर। ठीक है जी, हुण अपने कोल शंकु दी जेहड़ी ऊंचाई भी आ गई है ते आधार का अर्ध व्यास भी आ गया ਅਤੇ ਜਿਹੜਾ ਹੈਗਾ ਆ ਆਪਣੇ ਕੋਲ अर्ध गोला ਸੀ ਉਹਦਾ अर्ध व्यास ਵੀ 1 सेंटीमीटर ਸਾਡੇ ਕੋਲ ਪ੍ਰਾਪਤ ਹੋ ਗਿਆ ਹੈ। ਹੁਣ ਅਸੀਂ ਪਤਾ ਕੀ ਕਰਨਾ ਹੈਗਾ ਆ ਠੋਸ ਦਾ ਆਇਤਨ ਪਤਾ ਕਰਨਾ। ਆਇਤਨ ਪਤਾ ਕਰਨ ਦੇ ਲਈ ਹੁਣ ਸਾਡੇ ਕੋਲ ਜਿਹੜੇ ਕਿ ਅਸੀਂ ਦੋ ਫਾਰਮੂਲੇ ਇੱਥੇ ਲਾਵਾਂਗੇ अर्ध गोले का आयतन ਤੇ शंकु ਦਾ आयतन। अर्ध गोले का आयतन पूरे गोले का आयतन ਹੁੰਦਾ ਆਪਣੇ ਕੋਲ 4/3 पाई r क्यूब अर्ध गोले का हो गया 2/3 पाई r क्यूब। ठीक है, उस तो बाद शंकु का आयतन वो ਅਸੀਂ ਜਾਣਦੇ ਹੈਗੇ ਆ 1/3 पाई r स्क्वायर है। ठीक है, ਹੁਣ ਅਸੀਂ ਇਹਨਾਂ ਦੇ ਵਿੱਚ ਜੋ ਚੀਜ਼ ਸਾਂਝੀ ਹੈਗੀ ਆ ਉਹ ਅਸੀਂ ਬਾਹਰ ਕੱਢ ਲੈਣੀ ਹੈਗੀ ਆ। ਇਹਦੇ ਵਿੱਚੋਂ 1/3 ਕੱਢ ਲਓ ਬਾਹਰ, एक पाई निकलती है एक r स्क्वायर निकलता है क्योंकि आ वाला r ते आ वाला r दोनों ही बराबर है। इन्हां नु ਅਸੀਂ ਥੋੜਾ ਹੈਗਾ ਆ ਬਾਹਰ ਕੱਢ ਸਕਦੇ ਹਾਂ। ਜੇਕਰ ਆਪਣੇ ਕੋਲ ਵੱਖ-ਵੱਖ ਹੋਣ ਤਾਂ ਅਸੀਂ ਇਨਕੇ ਉਹਨਾਂ ਨੂੰ ਵੱਖ-ਵੱਖ ਰੱਖਣਾ ਹੁੰਦਾ। ਹੁਣ ਇੱਥੇ ਆਪਣੇ ਕੋਲ r ਆ ਵਾਲਾ r ਦੋਵੇਂ ਹੀ ਬਰਾਬਰ ਹੈ। ਠੀਕ ਹੈ, ਹੁਣ ਅਸੀਂ ਇਹਦੇ ਵਿੱਚੋਂ r स्क्वायर ਕੱਢ ਲਿਆ ਬਾਹਰ। ਇੱਥੇ ਕੀ ਆਪਣੇ ਕੋਲ ਰਹਿ ਗਏ ਇੱਕ ਦੋ ਰਹਿ ਗਏ ਇੱਕ ਰਹਿ ਗਿਆ r ਰਹਿ ਗਏ ਜਮਾ ਇੱਥੇ 1/3 ਬਾਹਰ ਆ ਗਏ पाई भी बाहर आ गया r स्क्वायर भी बाहर आ गया इथे आ गया h आ चीज बच गई है। हुन ਅਸੀਂ ਇਹਦੇ ਵਿੱਚ ਜਿਹੜਾ ਵੈਲਿਊ ਪੁੱਟ ਕਰਦੇ ਹੈਗੇ ਆ वैल्यू पुट करते हैं 1/3 ਤੇ पाई ਅਸੀਂ ਲੈ लेंगे 22/7 गुणा r कितना है अपने को 1 है 1 का स्क्वायर गुणा फिर 2 गुणा 1 जमा h कितना है वो भी अपने को 1 है इस ढंग से लिखिए। ठीक है, ये गया अपने को 1/3
गुणा 22/7, एक का स्क्वायर एक ही हो गया, गुणा 2 एकम 2 जमा 1, ये आ गया 1/3 गुणा 22/7 गुणा 1 गुणा 3। ठीक है जी। हुण 3 ਅਸੀਂ ਜਿਹੜਾ ਕੱਟ ਦਿੱਤਾ ਹੈਗਾ, ਆਪਣੇ ਕੋਲ ਆਨਸਰ ਆਉਂਦਾ ਹੈਗਾ 22/7, 22/7 सेंटीमीटर क्यूब, सेंटीमीटर क्यूब। ਤੇ ਜਦ ਕਿ ਜਿਹੜੇ ਗਏ ਆ ਅਸੀਂ ਇਹ ਦੇਖਣਾ ਸੀਗਾ ਵੀ ਇਸ ਠੋਸ ਦਾ ਆਇਤਨ ਪਾਈ ਦੇ ਪਦਾਂ ਦੇ ਵਿੱਚ ਲਿਖੋ, ਤਾਂ ਅਸੀਂ ਯਾਨੀ ਕਿ 22/7 ਕੀ ਹੁੰਦਾ ਆਪਣੇ ਕੋਲ ਪਾਈ ਹੁੰਦਾ ਹੈ, ਆਪਾਂ ਲਿਖਦੇ ਪਾਈ ਸੈਂਟੀਮੀਟਰ ਕਿਊਬ। ਜਾਂ ਜੇਕਰ ਅਸੀਂ ਜਿਹੜਾ ਹੈਗਾ ਇੱਥੇ 22/7 ਦੇ ਜਿਹੜਾ ਹੈਗਾ ਉਹ ਪਾਈ ਦੀ ਵੈਲਿਊ ਆਪਾਂ ਨਾ ਵੀ ਭਰੀਏ ਤੇ ਸਿੱਧਾ ਹੀ ਅਸੀਂ ਜਿਹੜਾ ਹੈਗਾ ਇੱਥੇ ਰੱਖੀਏ ਪਾਈ, ਤਾਂ ਫਿਰ ਵੀ ਆਪਣੇ ਕੋਲ ਪਾਈ ਸੈਂਟੀਮੀਟਰ ਕਿਊਬ ਹੀ ਉੱਤਰ ਆਏਗਾ। आओ विद्यार्थियों ਆਪਾਂ ਇੱਕ ਨਾ ਸਵਾਲ ਕਰਦੇ ਹਾਂ, ਇਸ ਦੀ ਸਟੇਟਮੈਂਟ ਹੈ ਵੀ ਇੱਕ ਗੁਲਾਬ ਜਾਮਣ ਦੇ ਵਿੱਚ ਉਸਦੇ ਆਇਤਨ ਦੀ ਲਗਭਗ 30% ਖੰਡ ਦੀ ਚਾਸ਼ਨੀ ਹੈ। 45 ਗੁਲਾਬ ਜਾਮਣਾਂ ਦੇ ਵਿੱਚ ਲਗਭਗ ਕਿੰਨੀ ਚਾਸ਼ਨੀ ਹੋਵੇਗੀ ਜੇਕਰ ਹਰੇਕ ਗੁਲਾਬ ਜਾਮਣ ਇੱਕ ਬੇਲਨਾਕਾਰ ਆਕਾਰ ਦੀ ਹੈ ਜਿਹਦੇ ਦੋਨੋਂ ਸਿਰੇ ਅਰਧ ਗੋਲਾਕਾਰ ਹਨ ਅਤੇ ਉਸ ਦੀ ਲੰਬਾਈ 5 ਸੈਂਟੀਮੀਟਰ ਅਤੇ ਜਿਹੜਾ ਵਿਆਸ ਆ ਉਹ 2.8 ਸੈਂਟੀਮੀਟਰ ਹੈ। ਹੁਣ ਅਸੀਂ ਇਹ ਪਤਾ ਕਰਨਾ ਹੈਗਾ ਆ ਵੀ 45 ਗੁਲਾਬ ਜਾਮਣਾ ਦੇ ਵਿੱਚ ਲਗਭਗ ਕਿੰਨੀ ਚਾਸ਼ਨੀ ਹੋਵੇਗੀ, ਇਹ ਅਸੀਂ ਪਤਾ ਕਰਨਾ ਹੈ। ਹੁਣ ਅਸੀਂ ਹੱਲ ਕਰਦੇ ਹਾਂ। ਪਹਿਲਾਂ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਕਿਹਾ ਹੈ ਇਸ ਦੇ ਜਿਹੜੇ ਦੋਨੋਂ ਸਿਰੇ ਅਰਧ ਗੋਲਾਕਾਰ ਹਨ ਅਤੇ ਉਸ ਦੀ ਜਿਹੜੀ ਲੰਬਾਈ 5 ਸੈਂਟੀਮੀਟਰ ਅਤੇ ਵਿਆਸ 2.8 ਸੈਂਟੀਮੀਟਰ ਹੈ। ਗੁਲਾਬ ਜਾਮਣ ਹੈ ਆਪਣੇ ਕੋਲ, इस तरह आप पढ़ना है लिख सकते हैं, गुलाब जामुन बना सकते हैं। ठीक है, ये जो दोनों ਜਿਹੜੇ ਸਿਰੇ ਜਿਹੜੇ ਹੈਗੇ ਆ ਕੀ ਹੈਗੇ ਆਪਣੇ ਕੋਲ ਗੋਲਾਕਾਰ, ਇਸ ਤਰ੍ਹਾਂ ਅਰਧ ਗੋਲਾਕਾਰ ਹੈ ਤੇ ਇਹਦੀ ਜਿਹੜੀ ਕੋਣੀ ਜਿਹੜੀ ਲੰਬਾਈ ਕਿੰਨੀ ਹੈਗੀ ਆ ਇੱਥੋਂ ਲੈ ਕੇ ਇੱਥੇ ਤੱਕ ਇਹ ਦਿੱਤੀ ਹੈਗੀ ਆਪਣੇ ਕੋਲ 5 ਸੈਂਟੀਮੀਟਰ। ਕਿੰਨੀ ਹੈ 5 ਸੈਂਟੀਮੀਟਰ ਹੈ। ਕੁੱਲ ਜਿਹੜੀ ਲੰਬਾਈ ਹੈ ਉਹ ਹੈਗੀ 5 ਸੈਂਟੀਮੀਟਰ ਤੇ ਜਿਹੜਾ ਵਿਆਸ ਹੈਗਾ ਆ ਆਹ ਵਾਲਾ ਇੱਥੋਂ ਲੈ ਕੇ ਇੱਥੇ ਤੱਕ ਇਹ ਹੈਗਾ 2.8 ਸੈਂਟੀਮੀਟਰ। 8 ਸੈਂਟੀਮੀਟਰ। ਠੀਕ ਹੈ, ਹੁਣ ਅਸੀਂ ਤੁਹਾਡੇ ਗੱਲ ਕਰਦੇ ਹਾਂ गुलाब जामुन जो बेलनाकार आकार दी है जो दोनों सिरियां तो अर्ध गोलाकार है, जो दोनों सिरियां तो अर्ध गोलाकार है। इसलिए बेलन दा अर्ध व्यास दिता साडे कोल, बेलन दा व्यास बराबर दिता है 2.8 सेंटीमीटर। इसलिए अर्ध व्यास R बराबर 2.8/2 सेंटीमीटर, ये आ गया अपने कोल 1.4 सेंटीमीटर। क्योंकि ये जिहड़ा है अपने कोल बेलन दा व्यास है ते बेलन दा अर्ध व्यास है ते इत्थे ही जिहड़ा है अपने कोल अर्ध गोलाकार हो बने हुए हैं, इसलिए अर्ध गोले दा अर्ध व्यास भी अपने कोल 1.4 होगा। इसलिए अर्ध गोलाकार भाग का अर्ध व्यास वो भी अपने कोल 1.4 सेंटीमीटर ही होगी। ठीक है, हुण उस तो बाद है अपने कोल बेलन की कुल लंबाई। बेलन आप कह सकते हैं या गुलाब जामुन कहेंगे, पहला गुलाब जामुन की कुल लंबाई कितनी है साडे कोल वो है 5 सेंटीमीटर। 5 सेंटीमीटर सानू चाहिए की है बेलनाकार भाग की लंबाई, इसलिए बेलनाकार भाग की लंबाई कितनी है जी अपने कोल 5 सेंटीमीटर है। 5 सेंटीमीटर के विचों ये अपने कोल ये है अपने कोल 1.4 है 1.4 सेंटीमीटर का व्यास है,
इन्ना ही ਜਿਹੜਾ ਕਿ ਆਪਣੇ ਕੋਲ ਇਧਰ ਹੋਏਗਾ, इन्ना ही इधर होएगा 1.4 ਤੇ 1.4। इधर इधरले पासे 1.4 ਤੇ 1.4, ਤਾਂ ਇਹ ਆਪਣੇ ਕੋਲ 1.4 ਤੇ 1.4 ਆ ਉਹ ਮਾਈਨਸ ਹੋਏਗਾ, माइनस 1.4 सेंटीमीटर माइनस 1.4 सेंटीमीटर, ये रहेगा अपने को 5 सेंटीमीटर माइनस 2.8 सेंटीमीटर। जो आप इसकी माइनस करेंगे तो ये अपने को आ जाना है 2.2 सेंटीमीटर, 2.2 सेंटीमीटर। प्यारे विद्यार्थियों, जिदा ਅਸੀਂ ਜਿਹੜਾ ਹੈਗਾ ਹੁਣ ਪਤਾ ਕਰ ਲਿਆ ਹੈ ਕਿ बेलनाकार भाग का अर्ध व्यास कितना ਸੀਗਾ ਆਪਣੇ ਕੋਲ r बराबर 1.4 सेंटीमीटर ਤੇ ਲੰਬਾਈ बेलनाकार भाग ਦੀ ਉਹ ਆ ਗਈ ਸੀ ਆਪਣੇ ਕੋਲ 2.2 सेंटीमीटर। अर्ध गोलाकार भाग का अर्ध व्यास कितना ਸੀਗਾ r बराबर 1.4 सेंटीमीटर। ਹੁਣ ਅਸੀਂ ਪਤਾ ਕਰਾਂਗੇ ਗੁਲਾਬ ਜਾਮਣ ਦਾ ਆਇਤਨ। ਗੁਲਾਬ ਜਾਮਣ ਦਾ ਆਇਤਨ ਪਤਾ ਕਰਾਂਗੇ। ਆਇਤਨ ਪਤਾ ਕਰਨ ਦੇ ਲਈ ਸਾਡੇ ਕੋਲ ਅਸੀਂ ਆਹ ਜੋ ਪਾਰਟ ਹੈਗਾ ਆ अर्ध गोलाकार भाग का आयतन प्लस बेलनाकार भाग का आयतन प्लस फिर अपने को इधरले पासे है अर्ध गोलाकार भाग का आयतन। ਹੁਣ ਜਿੱਦਾਂ ਆਪਣੇ ਕੋਲ अर्ध गोलाकार भाग का आयतन ਅਸੀਂ ਲਿਖਾਂਗੇ ਇੱਥੇ 2/3 पाई r क्यूब, ठीक है जी। फिर प्लस बेलनाकार भाग का आयतन पाई r स्क्वायर h, फिर प्लस अर्ध गोलाकार भाग का आयतन 2/3 पाई r क्यूब। ਹੁਣ ਆ ਆਪਣੇ ਕੋਲ 2/3 पाई r क्यूब ਤੇ 2/3 पाई r क्यूब ਇਹ ਬਣ ਜਾਂਦਾ ਹੈ ਆਪਣੇ ਕੋਲ 4/3 पाई r क्यूब प्लस पाई r स्क्वायर h, ठीक है। ਹੁਣ ਇਹਦੇ ਵਿੱਚੋਂ ਅਸੀਂ ਜਿਹੜਾ ਆ ਪਾਈ ਕੱਢ ਸਕਦੇ ਬਾਹਰ, r स्क्वायर ਕੱਢ ਸਕਦੇ ਬਾਹਰ। ਇੱਥੇ ਆ ਗਿਆ ਆਪਣੇ ਕੋਲ 4/3 ਤੇ 1 ਆ ਗਿਆ ਜਮਾ ਇੱਥੇ ਬਚ ਕੇ ਹੈਗਾ ਆਪਣੇ ਕੋਲ h। ਹੁਣ ਇਹਦੇ ਵਿੱਚ ਅਸੀਂ ਦੀ ਵੈਲਿਊ ਪੁੱਟ ਕਰ ਸਕਦੇ ਹੈਗੇ ਆ। ਇਹ ਹੈਗਾ ਆਪਣੇ ਕੋਲ ਪਾਈ ਦੀ ਵੈਲਿਊ y/7 गुणा r का अपने कोड 1.4 का स्क्वायर मल्टीप्लाइज फिर उस तो बाद 4/3 गुणा r 1.4 जमा h है अपने कोड h ਸੀਗਾ ਆਪਣੇ ਕੋਲ 2.2 ਨਾਲ ਅਸੀਂ ਇੱਥੇ ਲਿਖਾਂਗੇ सेंटीमीटर क्यूब ਅਸੀਂ ਇੱਥੇ ਲਿਖ ਦਿੰਦੇ ਨਾਲ h, ठीक है। ਹੁਣ ਆ ਚੀਜ਼ ਆ ਗਈ ਆਪਣੇ ਕੋਲ। ਹੁਣ ਇਹਨੂੰ ਆਪਾਂ ਜਿਹੜਾ ਸਿੰਪਲੀਫਾਈ ਕਰ ਦੇਂਗੇ ਆ ਇਹ ਕਿ 22/7 ਗੁਣਾ 1.4 ਨੂੰ ਅਸੀਂ ਲੈਂਦੇ ਆ 14/10 ਗੁਣਾ 14/10 ਇਹ ਆ ਗਿਆ ਆਪਣੇ ਕੋਲ 5.6 ਜਿੱਦਾਂ 4 ਚੁਕੇ 16 ਇੱਕ ਆ ਗਿਆ 4 4 ਤੇ 1 5 5.6/3 जमा 2.2 सेंटीमीटर की, ठीक है जी। फिर उस तो बाद ये आ गया 22/7 गुणा 14/10 गुणा 14/10 ਇਹਨੂੰ ਅਸੀਂ ਲੈ ਲਿਆ ਹੈ 5.6 ਜਮਾ ਇਹਨੂੰ ਅਸੀਂ ਇਧਰ ਮਲਟੀਪਲਾਈ ਕੀਤਾ ਹੈ 6.6/3 सेंटीमीटर क्यूब, ठीक है। ਇਹਨੂੰ ਅਸੀਂ ਕੱਟ ਵੀ ਸਕਦੇ ਹਾਂ 7 ਨੂੰ 7 7 2 14, ठीक है। ये आ गया ਸਾਡੇ ਕੋਲ ਉੱਪਰ ਆ ਗਿਆ 22/44 ਗੁਣਾ 14 नीचे आ गया 100 इधरले पासे अपने को आ गया है इन्होंने प्लस करेंगे 6 6 12 1 आ गया अपने को ते फिर 6 6 12 बटा 10 सेंटीमीटर क्यूब। इनको ਅਸੀਂ देख सकते हैं फिर दोबारा 44 गुणा 14 बटा 100 गुणा 122 बटा 30 सेंटीमीटर क्यूब। इस ढंग ਦੇ ਨਾਲ ਅਸੀਂ ਜਿਹੜਾ ਆ ਉਹ ਇੱਕ ਗੁਲਾਬ ਜਾਮਣ ਦਾ ਆਇਤਨ ਪਤਾ ਕੀਤਾ ਹੈ। ਹਾਂਜੀ ਆਪਣੇ ਕੋਲ ਗੁਲਾਬ ਜਾਮਣ ਦਾ ਆਇਤਨ ਆ ਗਿਆ ਸੀਗਾ 44 * 14 / 100 * 122 / 30 सेंटीमीटर क्यूब।
ਉਸ ਤੋਂ ਬਾਅਦ ਸਾਡੇ ਕੋਲ ਕੀ ਦਿੱਤਾ ਹੈ ਵੀ ਇੱਕ ਗੁਲਾਬ ਜਾਮਣ ਦੇ ਵਿੱਚ ਉਸਦੇ ਆਇਤਨ ਦੀ ਲਗਭਗ 30% ਖੰਡ ਦੀ ਚਾਸ਼ਨੀ ਹੈ। ਇਸ ਲਈ ਇੱਕ ਗੁਲਾਬ ਜਾਮਣ ਵਿੱਚ ਚਾਸ਼ਨੀ ਕਿੰਨੀ ਹੈਗੀ ਆ 30%। ਆ ਜੋ ਅਸੀਂ ਆਇਤਨ ਕੱਢਿਆ ਹੈਗਾ ਆ ਇਹਦਾ 30% 44 ਗੁਣਾ 14 ਬਟਾ 100 ਗੁਣਾ 122 ਬਟਾ 30 गुणा 30%, 30 बटा 100। ठीक है जी, इन्नी ਜਿਹੜੀ ਹੈਗੀ ਆ ਇਹਦੇ ਵਿੱਚ ਚਾਸ਼ਨੀ ਹੈਗੀ ਆ। ठीक है, ਹੁਣ ਆਪਣੇ ਕੋਲ ਇਹਨੂੰ ਅਸੀਂ ਜਿਹੜਾ ਹੈਗਾ ਆ ਸਿੰਪਲੀਫਾਈ ਕਰਦੇ ਹਾਂ ਕਿ ਆਹ ਕਿੰਨਾ ਕੱਟਿਆ ਗਿਆ। ठीक है, ਇਹ ਆਪਣੇ ਕੋਲ ਆ ਗਿਆ ਹੈਗਾ 44 ਗੁਣਾ 14 ਗੁਣਾ 122 ਬਟਾ 1 ਦੇ ਨਾਲ 4 ਸਿਫਰਾਂ 10,000। ठीक है जी, ਇਹ ਆ ਗਿਆ ਹੈ ਇੱਕ ਗੁਲਾਬ ਜਾਮਣ ਦੇ ਵਿੱਚ ਚਾਸ਼ਨੀ ਆ ਗਈ ਕਿ ਵੀ ਇੰਨੀ ਜਿਹੜੀ ਹੈਗੀ ਚਾਸ਼ਨੀ ਹੈਗੀ ਹੈ। ਤੇ ਅਸੀਂ ਦੇਖਣਾ ਕੀ ਹੈਗਾ ਹੈ ਕਿੰਨੀ ਹੈਗੀ ਆਪਣੇ ਕੋਲ 45 ਗੁਲਾਬ ਜਾਮਣ ਹੈ। ਠੀਕ ਹੈ, 45, ਇਸ ਲਈ 45 ਗੁਲਾਬ ਜਾਮਣਾ ਦੇ ਵਿੱਚ ਚਾਸ਼ਨੀ ਕਿੰਨੀ ਹੈਗੀ ਆ ਇੱਥੇ ਆਪਾਂ ਲਿਖ ਦਿੰਦੇ ਕਿ ਨਾਲ ਸੈਂਟੀਮੀਟਰ ਕਿਊਬ ਲਿਖ ਦੇਗੇ ਆ। ਠੀਕ ਹੈ, ਚਾਸ਼ਨੀ ਕਿੰਨੀ ਹੈਗੀ ਆਪਣੇ ਕੋਲ, ਇਹਨੂੰ ਅਸੀਂ 45 ਦੇ ਨਾਲ ਮਲਟੀਪਲਾਈ ਕਰ ਦਵਾਂਗੇ। 45 ਗੁਣਾ 44 ਗੁਣਾ 14 ਗੁਣਾ 122 बटा 10,000 सेंटीमीटर क्यूब। ਸਾਡੇ ਕੋਲ ਜਿਹੜਾ ਹੈਗਾ ਹੈ 45 ਗੁਲਾਬ ਜਾਮਣਾ ਵਿੱਚ ਚਾਸ਼ਨੀ ਅਸੀਂ ਜਿਹੜਾ ਹੈਗਾ ਫਾਈਂਡ ਕੀਤਾ ਹੈ 45 ਗੁਣਾ 44 ਗੁਣਾ 14 ਗੁਣਾ 122 ਬਟਾ 10,000। ਜਦੋਂ ਅਸੀਂ 45 ਗੁਣਾ 44 ਗੁਣਾ 14 ਗੁਣਾ 122 ਨੂੰ ਗੁਣਾ ਕਰਦੇ ਹਾਂ ਤਾਂ ਇਹ ਆਪਣੇ ਕੋਲ ਆ ਜਾਂਦਾ ਹੈਗਾ ਆ 33 81 840। ਇਹ ਅਮਾਉਂਟ ਆਉਂਦੀ ਹੈਗੀ ਆ ਤੇ ਨੀਚੇ ਹੈਗਾ ਆਪਣੇ ਕੋਲ 10,000 ਸੈਂਟੀਮੀਟਰ ਕਿਊਬ। ਤੇ ਜਦੋਂ ਅਸੀਂ ਜਿਹੜਾ ਹੈਗਾ ਆ ਇਹਨੂੰ ਡੈਸੀਮਲਾਂ ਦੇ ਵਿੱਚ ਚੇਂਜ ਕਰਨਾ ਹੈਗਾ ਆ ਤੇ ਅਸੀਂ ਪਿੱਛੇ ਜਿਹੜੇ ਹੈਗੇ ਆ ਚਾਰ ਜਿਹੜੇ ਹੈਗੇ ਆ ਡਿਜਿਟ ਛੱਡ ਕੇ ਤਾਂ ਉਹ ਅਸੀਂ ਦਸ਼ਮਲਵ ਵੱਡਾ ਲਗਾਵਾਂਗੇ 1 2 3 4। ਇਹ ਹੈਗਾ 338.184 ਸੈਂਟੀਮੀਟਰ ਕਿਊਬ। ਇਹ ਜਿਹੜਾ ਸਾਡਾ ਆਨਸਰ ਆਏਗਾ ਤੇ 338.184 ਸੈਂਟੀਮੀਟਰ ਕਿਊਬ। ਇਹ ਆਪਣੇ ਕੋਲ 45 ਗੁਲਾਬ ਜਾਮਨਾਂ ਦੇ ਵਿੱਚ ਜਿਹੜਾ ਕਿ ਚਾਸ਼ਨੀ ਦੀ ਮਾਤਰਾ ਹੋਏਗੀ ਉਹ ਹੋਏਗੀ ਆਪਣੇ ਕੋਲ 338.184 ਸੈਂਟੀਮੀਟਰ ਕਿਊਬ। ਆਓ ਹੁਣ ਆਪਾਂ ਇੱਕ ਹੋਰ ਸਵਾਲ ਹੱਲ ਕਰਦੇ ਹਾਂ ਜਿਸ ਦੇ ਵਿੱਚ ਹੈ ਆਪਣੇ ਕੋਲ ਇੱਕ ਕਲਮਦਾਨ ਘਨਾਬ ਦੇ ਆਕਾਰ ਦੀ ਇੱਕ ਲੱਕੜੀ ਦੇ ਨਾਲ ਬਣਿਆ ਹੋਇਆ ਹੈ ਜਿਸ ਦੇ ਵਿੱਚ ਕਲਮ ਰੱਖਣ ਦੇ ਲਈ 4 ਸ਼ੰਕੂਕਾਰ ਖੱਡੇ ਬਣੇ ਹੋਏ ਹਨ। ਘਨਾਬ ਦੀ ਪਸਾਰਾ 15 ਸੈਂਟੀਮੀਟਰ 10 ਸੈਂਟੀਮੀਟਰ ਗੁਣਾ 3.5 ਸੈਂਟੀਮੀਟਰ ਹਨ। ਹਰੇਕ ਖੱਡੇ ਦਾ ਅਰਧ ਵਿਆਸ 0.5 ਸੈਂਟੀਮੀਟਰ ਤੇ ਗਹਿਰਾਈ 1.4 ਸੈਂਟੀਮੀਟਰ ਹੈ। ਪੂਰੇ ਕਲਮਦਾਨ ਦੇ ਵਿੱਚ ਲੱਕੜੀ ਦਾ ਆਯਤਨ ਪਤਾ ਕਰੋ। ਜਿਸ ਤਰ੍ਹਾਂ ਆਪਣੇ ਕੋਲ ਆ ਜਿਹੜਾ ਕਲਮਦਾਨ ਬਣਿਆ ਹੋਇਆ ਹੈ ਘਨਾਬ ਆਕਾਰ ਹੈ ਜਿਸ ਦੇ ਵਿੱਚ ਉੱਪਰਲੇ ਪਾਸੇ ਜਿਹੜੇ ਹੈਗੇ ਆ ਆਹ ਵਾਲੇ ਖੱਡੇ ਬਣੇ ਹੋਏ ਹਨ 4 ਜੋ ਕਿ ਸ਼ੰਕੂਕਾਰ ਦੇ ਹਨ। ਠੀਕ ਹੈ, ਹੁਣ ਆਪਾਂ ਪਹਿਲਾਂ ਗੱਲ ਕਰਦੇ ਹੈਗੇ ਆ ਇਹਦੇ ਵਿੱਚ ਘਨਾਬ ਦੀ। ਠੀਕ ਹੈ ਨੇ, ਘਨਾਬ ਦੇ ਪਸਾਰ ਕੀ ਹੈਗੇ ਆ ਆਪਣੇ ਕੋਲ ਆਪਾਂ ਲੈਂਦੇ ਲੰਬਾਈ L ਬਰਾਬਰ 15 ਸੈਂਟੀਮੀਟਰ ਫਿਰ ਚੌੜਾਈ B ਬਰਾਬਰ 10 ਸੈਂਟੀਮੀਟਰ ਤੇ ਉਸ ਤੋਂ ਬਾਅਦ ਉਚਾਈ H ਬਰਾਬਰ 3.5 ਸੈਂਟੀਮੀਟਰ। ਪਹਿਲਾਂ ਅਸੀਂ ਘਨਾਬ ਦਾ ਜਿਹੜਾ ਹੈਗਾ ਉਹ ਅਸੀਂ ਆਇਤਨ ਪਤਾ ਕਰਦੇ ਹੈਗੇ ਆ। ਘਨਾਬ ਦਾ ਆਇਤਨ ਅਸੀਂ ਫਾਰਮੂਲਾ ਜਾਣਦੇ ਹੈਗੇ ਆ ਘਨਾਬ ਦੇ ਆਇਤਨ ਦਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਫਾਰਮੂਲਾ। ਠੀਕ ਹੈ ਜੀ, ਇਹ ਅਸੀਂ ਲਿਖ ਲਿਆ ਇੱਥੇ 15 ਸੈਂਟੀਮੀਟਰ ਗੁਣਾ 10 ਸੈਂਟੀਮੀਟਰ ਗੁਣਾ 3.5 ਸੈਂਟੀਮੀਟਰ ਤੇ ਆਪਣੇ ਕੋਲ ਇੱਥੇ ਆ ਗਿਆ ਸੈਂਟੀਮੀਟਰ ਕਿਊਬ ਅਸੀਂ ਲਿਖਤਾ ਬਾਹਰਲੇ ਪਾਸੇ। ਠੀਕ ਹੈ, ਅਸੀਂ ਇਹ ਲਿਖ ਲਿਆ 15 ਗੁਣਾ 10 ਅਸੀਂ ਇਹਨੂੰ ਲਿਖ ਲਿਆ ਹੈਗਾ ਆ 35/10 ਡੈਸੀਮਲ ਅਸੀਂ ਹਟਾ ਸੈਂਟੀਮੀਟਰ ਕਿਊਬ। ਆ 10 ਨਾਲ 10 ਕੱਟੇ ਗਏ। ठीक है, अपने को आ गया है 15 गुणा 35 सेंटीमीटर क्यूब। ये भी ਅਸੀਂ गुणा कर देती 15 5 75 7 चला गया 15 3 45 45 ਜਿਹੜਾ ਹੈਗਾ ਆ 7 52 ਇਹ ਆ ਗਿਆ 525 ਸੈਂਟੀਮੀਟਰ ਕਿਊਬ। ਇਹਨੂੰ ਅਸੀਂ ਨੰਬਰ 1 ਦੇ ਦਿੱਤਾ। ਠੀਕ ਹੈ, ਫਿਰ ਅਸੀਂ ਜਿਹੜੇ ਦੇਖਦੇ ਹੈਗੇ ਆ ਕਿਉਂਕਿ ਹੁਣ ਘਨਾਬ ਦੇ ਵਿੱਚ ਜਿਹੜੇ ਆ ਉੱਪਰਲੇ ਪਾਸੇ ਕੀ ਬਣੇ ਹੋਏ ਆ ਸ਼ੰਕੂ ਬਣੇ ਹੋਏ ਆ। ठीक है,
शंकु बने हैगे आ उन्हां ਅਸੀਂ ਜਿਹੜਾ शंकु ਦੀ ਗੱਲ ਕਰਦੇ ਹੈਗੇ ਆ शंकु ਦੇ ਇੱਕ ਆਪਾਂ ਲਿਖਦੇ ਘਨਾਬ ਘਨਾਬ ਦੇ ਉੱਪਰ शंकु बने हैं शंकु बने शंकुकार खड्डे बने हैं शंकुकार खड्डे बने हैं इसलिए शंकु आकार खड्डे दा अर्ध व्यास 0.5 सेंटीमीटर अर्ध व्यास r बराबर है 0.5 सेंटीमीटर। ठीक है उस तो बाद गहराई क्योंकि नीचे नु है ठीक है गहराई आएगी तो इनू असं जो एच का ही नाम देंगे हैगे आ वो है अपने को 1.4 सेंटीमीटर। ठीक है तो हुण असं जो कट देंगे इत्थे हुण इसदा आयतन शंकु दा एक शंकु दा आयतन फार्मूला हुंदा है अपने को 1/3 पाई r स्क्वायर h ਇਹਦੇ ਵਿੱਚ ਅਸੀਂ ਵੈल्यू ਪੁੱਟ ਕਰਤੀ ਇਹ ਹੈ 1/3 गुणा पाई का मोल पाई/7 गुणा r है अपने को 0.5 गुणा 0.5 गुणा h है 1.4 नाल आ गया अपने को सेंटीमीटर क्यूब इनो से ले लिया 1/3 गुणा 22/7 गुणा 5/10 गुणा 5/10 गुणा इसे ले लिया 14/10 सेंटीमीटर क्यूब इनो सी कटता 7 × 7 7 दूनी 14। ठीक है इधर ਅਸੀਂ ਕੱਟ ਦਾਂਗੇ 2 × 2 2 × 10 आ 5 ना 5 कटेगा। ठीक है इधर आ गया 5 × 5 5 दूनी 10 ਤੇ 11 दूना 22। ठीक है ऊपर अपने को ਹੁਣ ਜਿਹੜਾ ਬਚ ਗਿਆ ਹੈਗਾ ਆ 11 ਬਚੇ ਹੈਗੇ ਆ 11 ਹੀ ਬਚੇ ਆ ਤੇ नीचे बच गया है 3 × 10 30 वर्ग सेंटीमीटर क्यूब। ये अपने को एक शंकु का आयतन आया है साडे कोल आ गया सीगा भी एक शंकु का आयतन आ गया सी 11/30 सेंटीमीटर क्यूब तो इसलिए 4 क्योंकि 4 अपने को ਜਿਹੜੇ ਖੱਡੇ ਸੀ 4 शंकुकार खड्डे बने हुए हैं 4 शंकुकार खड्डिਆਂ ਦਾ आयतन कितना आ गया अपने को फिर 4 × 11/30 सेंटीमीटर क्यूब ये आ जाएगा अपने को 44/30 सेंटीमीटर क्यूब इनो सी दो नंबर देख लिए पहला से नंबर दिता है घनाभ दा आयतन वो ऐसे अपने को 525 सेंटीमीटर क्यूब हुन साडे को आ गया 4 शंकुकार खड्डिਆਂ ਦਾ आयतन वो आ गया 44/30 सेंटीमीटर क्यूब इनो इस नंबर देता 2। ਅਸੀਂ ਜਿਹੜੇ ਪਤਾ ਕੀ ਰੇਟ करना है पूरे कलमदान दे विच लकड़ी दा आयतन। ठीक है इसलिए पूरे कलमदान विच लकड़ी दा आयतन बराबर आएगा अपने कोल घनाभ दे आयतन दे विचों ਅਸੀਂ 4 शंकुकार खड्डिਆਂ ਦਾ आयतन माइनस करांगे तो ਸਾਡੇ कोल लकड़ी दा ਜਿਹੜਾ ਹੈ ਉਹ आयतन आ जाएगा 525 सेंटीमीटर क्यूब माइनस 44/30 सेंटीमीटर ये है 525 माइनस और 44 ਨੂੰ ਅਸੀਂ ਜਿਹੜਾ ਹੈਗਾ ਉਹ 30 से डिवाइड करके देख लेंगे हैं 30 से डिवाइड किया पहला इधर चल गया 30 आ गया इधर 4 आ गया इधर भी 1 आ गया 0 लाई अपने को इथे गए फिर अपने को ये चल गया यार 4 से चल गया 120 आ गए फिर 0 आ गए इधर 2 आ गए तो फिर 0 आ गए तो फिर चल गया 6 चल गया 6 3 18। ठीक है इस तरह ਜਿਹੜਾ ਹੈਗਾ ਇਹ ਕੰਟੀਨਿਊ ਚੱਲਦਾ ਜਾਣਾ ਹੈਗਾ ਇਹ ਆਪਣੇ ਕੋਲ ਆਪਾਂ ਲਿਖ ਦਿੰਦੇ ਹਾਂ 1.46 सेंटीमीटर क्यूब फिर ਅਸੀਂ ਇਹਦੀ ਮਾਈਨਸ ਕਰਦੇ ਹੈਗੇ ਆ 525.00 1.4 ये नहीं इधर 4 इधर 5 आ गया इधर ਤੁਹਾਡੇ ਕੋਲ 4 आ गए 4 ਦੇ ਵਿੱਚ ਜਿਹੜਾ 1 3 आ गया इधरों 2 आ गए इधरों 5 आ गए ये अपने को ਤੁਹਾਡੇ ਕੋਲ 523.4
54 ਸੈਂਟੀਮੀਟਰ ਕਿਊਬ। ਇਸ ਤਰ੍ਹਾਂ ਕਿ ਸਾਡੇ ਕੋਲ ਪੂਰੇ ਕਲਮਦਾਨ ਦੇ ਵਿੱਚ ਲੱਕੜੀ ਦਾ ਆਇਤਨ ਆ ਗਿਆ 523.54 ਸੈਂਟੀਮੀਟਰ ਕਿਊਬ। ਆਓ ਵਿਦਿਆਰਥੀਓ ਆਪਾਂ ਇੱਕ ਜਿਹੜਾ ਕਿ ਹੋਰ ਸਵਾਲ ਕਰਦੇ ਹਾਂ। ਇਹਦੇ ਵਿੱਚ ਹੈ ਆਪਣੇ ਕੋਲ ਉਚਾਈ 220 ਸੈਂਟੀਮੀਟਰ ਤੇ ਆਧਾਰ ਦਾ ਜਿਹੜਾ ਵਿਆਸ ਹੈ 24 ਸੈਂਟੀਮੀਟਰ ਵਾਲੀ ਇੱਕ ਬੇਲਣ, ਜਿਸ ਦੀ ਉਚਾਈ ਜਿਹੜੀ ਹੈ 60 ਸੈਂਟੀਮੀਟਰ ਅਤੇ ਜਿਹੜਾ ਅਰਧ ਵਿਆਸ 8 ਸੈਂਟੀਮੀਟਰ ਵਾਲਾ ਇੱਕ ਹੋਰ ਬੇਲਣ ਰੱਖਿਆ ਗਿਆ ਹੈ। ਕਹਿਣ ਦਾ ਮਤਲਬ ਹੈ ਇੱਕ ਬੇਲਣ ਦੇ ਉੱਪਰ ਬੇਲਣ ਰੱਖਿਆ ਗਿਆ ਹੈ ਤੇ ਨਾਲ ਇੱਕ ਜਿਹੜਾ ਹੈ ਲੋਹੇ ਦਾ ਖੰਭਾ ਬਣਿਆ ਹੈ। ਇਸ ਖੰਭੇ ਦਾ ਭਾਰ ਪਤਾ ਕਰਨਾ, ਠੀਕ ਹੈ ਜੀ। ਹੁਣ ਆਪਣੇ ਕੋਲ ਕੀ ਦਿੱਤਾ ਹੈਗਾ ਉਹਨਾਂ ਨੇ, ਹਾਲੇ ਦੇ ਵਿੱਚ ਆਪਾਂ ਦੇਖਦੇ ਹਾਂ। ਬੇਲਣ, ਇੱਕ ਬੇਲਣ ਜਿਸ ਦੇ ਆਧਾਰ ਦਾ ਵਿਆਸ ਕਿੰਨਾ ਦਿੱਤਾ ਹੈਗਾ ਆ 24 ਸੈਂਟੀਮੀਟਰ। ਅਰਧ ਵਿਆਸ ਆਪ ਹੋ ਗਿਆ ਆਪਣੇ ਕੋਲ 24/2 ਸੈਂਟੀਮੀਟਰ ਬਰਾਬਰ 12 ਸੈਂਟੀਮੀਟਰ। ਇਸ ਦੀ ਉਚਾਈ ਇਹਨੂੰ ਅਸੀਂ ਜਿਹੜਾ ਕੈਪੀਟਲ ਜਿਹੜੀ ਆ ਲੈ ਲੈਂਦੇ ਹੈਗੇ ਆ ਤੇ ਇਹਨੂੰ ਕੈਪੀਟਲ ਐਚ ਲੈ ਲੈਂਦੇ ਹੈਗੇ ਆ। ਉਚਾਈ ਦਿੱਤੀ ਹੈਗੀ ਆਪਣੇ ਕੋਲ 220 ਸੈਂਟੀਮੀਟਰ। ਇਸ ਤਰ੍ਹਾਂ ਅਸੀਂ ਇੱਥੇ ਜਿਹੜਾ ਬਣਾ ਵੀ ਲੈਂਦੇ ਹੈਗੇ ਆ, ਇੱਕ ਬੇਲਣ ਹੈ ਇਹਦੇ ਨਾਲ ਇਹਦੀ ਉਚਾਈ ਜਿਹੜੀ ਐਚ ਹੈਗੀ ਆ ਉਹ ਹੈ 220 ਸੈਂਟੀਮੀਟਰ ਤੇ ਆ ਜੋ ਹੈ ਆਪਣੇ ਕੋਲ ਇਹ ਹੈਗਾ ਆ 12 ਸੈਂਟੀਮੀਟਰ, ਠੀਕ ਹੈ, ਆਧਾਰ ਦਾ ਅਰਧ ਵਿਆਸ। ਉਸ ਤੋਂ ਬਾਅਦ ਇਸ ਦੇ ਉੱਪਰ ਇਸ ਬੇਲਣ ਉੱਪਰ ਇੱਕ ਹੋਰ ਬੇਲਣ ਰੱਖਿਆ ਗਿਆ ਹੈ ਜਿਸ ਦੀ ਉਚਾਈ 60 ਸੈਂਟੀਮੀਟਰ ਅਤੇ ਅਰਧ ਵਿਆਸ 8 ਸੈਂਟੀਮੀਟਰ ਹੈ। ਜਿਸ ਦਾ ਅਰਧ ਵਿਆਸ ਇੱਥੇ ਅਸੀਂ ਸਮਾਲ ਆਰ ਜਿਹੜਾ ਹੈ ਯੂਜ਼ ਕਰਦੇ ਹੈਗੇ ਆ ਬਰਾਬਰ 8 ਸੈਂਟੀਮੀਟਰ ਅਤੇ ਜਿਹੜਾ ਹੈਗਾ ਉਚਾਈ ਕਿੰਨੀ ਹੈਗੀ ਆ 60 ਸੈਂਟੀਮੀਟਰ। ਉਚਾਈ h ਬਰਾਬਰ 60 ਸੈਂਟੀਮੀਟਰ। ਇਹ ਤੁਸੀਂ ਡਰਾ ਕਰ ਲੈਂਦੇ ਹੈਗੇ ਆ ਛੋਟਾ ਜਿਹੜਾ ਹੈਗਾ यहाँ पर ਇਸ ਤਰ੍ਹਾਂ ਦੇ ਨਾਲ यहाँ पर छोटा रख लेंगे थोड़ा जिहा। ये है कि साडे कोल 60 सेंटीमीटर है उचाई इहदी ते आ हैगा इहदा अर्ध व्यास ये हैगा 8 सेंटीमीटर। आ चीज ठीक है, क्योंकि जो ਅਸੀਂ ਜਿਹੜਾ ਹੈਗਾ ਇਹਦਾ ਭਾਰ ਪਤਾ ਕਰਨਾ ਹੈਗਾ ਆ ਤੇ ਸਾਨੂੰ ਆਇਤਨ ਪਤਾ ਕਰਨਾ ਪੈਣਾ ਹੈ। ਇਸ ਲਈ ਖੰਭੇ ਦਾ ਆਇਤਨ ਬਰਾਬਰ ਹੁਣ ਦੋਨਾਂ ਦੇ ਆਇਤਨ ਨੂੰ ਅਸੀਂ ਜੋੜਾਂਗੇ पाई r स्क्वायर h प्लस पाई r स्क्वायर h। इस फार्मूले ਦੇ ਨਾਲ ਅਸੀਂ ਜਿਹੜਾ ਹੈਗਾ ਆ ਉਹ ਇਸ ਦਾ ਆਇਤਨ ਪਤਾ ਕਰਾਂਗੇ। ਆਇਤਨ ਪਤਾ ਕਰਨ ਤੋਂ ਬਾਅਦ ਜਦੋਂ ਆਪਣੇ ਕੋਲ ਆਨਸਰ ਦੇ ਵਿੱਚ ਖੰਭੇ ਦਾ ਜਦੋਂ ਸਾਡੇ ਕੋਲ ਆਇਤਨ ਆ ਗਿਆ, ਇਹ ਆਇਤਨ ਆਏਗਾ ਸਾਡੇ ਕੋਲ ਸੈਂਟੀਮੀਟਰ ਕਿਊਬ ਦੇ ਵਿੱਚ, ਆਏਗਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਾਂ ਨੂੰ ਦਿੱਤਾ ਵੀ 1 ਸੈਂਟੀਮੀਟਰ ਕਿਊਬ ਭਾਰ ਜਿਹੜਾ ਹੈਗਾ ਉਹ 8 ਗ੍ਰਾਮ ਦੇ ਬਰਾਬਰ ਹੈ, ਤਾਂ ਉਹਨੂੰ ਅਸੀਂ ਜਿਹੜਾ ਹੈਗਾ ਸੈਂਟੀਮੀਟਰ ਕਿਊਬ ਦੀ ਥਾਂ ਤੇ ਅਸੀਂ ਗੁਣਾ ਕਰ ਦਵਾਂਗੇ ਇੱਥੇ 8 ਗ੍ਰਾਮ ਦੇ ਹਿਸਾਬ ਨਾਲ, ਠੀਕ ਹੈ। ਤੇ ਇਹ ਜਿਹੜਾ ਗ੍ਰਾਮ ਦੇ ਵਿੱਚ ਜਦੋਂ ਆਨਸਰ ਆਏਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ 1000 ਦੇ ਨਾਲ ਜਿਹੜਾ ਹੈਗਾ ਆ ਉਹ ਭਾਗ ਕਰਾਂਗੇ। ਭਾਗ ਕਰਨ ਤੋਂ ਬਾਅਦ ਆਪਣੇ ਕੋਲ ਆਣਾ ਹੈਗਾ ਆਨਸਰ ਆਣਾ ਕਿਲੋਗ੍ਰਾਮ ਦੇ ਵਿੱਚ। ਇਸ ਢੰਗ ਦੇ ਨਾਲ ਅਸੀਂ ਜਿਹੜਾ ਖੰਭੇ ਦਾ ਭਾਰ ਜਿਹੜਾ ਹੈਗਾ ਆ ਉਹ ਅਸੀਂ ਪਤਾ ਕਰ ਸਕਦੇ ਹੈਗੇ ਆ। ਇਸ ਲਈ ਖੰਭੇ ਦਾ ਭਾਰ ਬਰਾਬਰ ਅਸੀਂ ਇਸ ਢੰਗ ਦੇ ਨਾਲ ਅਸੀਂ ਉਹ ਪਤਾ ਕਰਾਂਗੇ।